ਮੇਰੇ ਭਰਾ ਦਾ ਵਿਆਹ ਹੋਇਆ ਸੀ ਤੇ ਭਾਬੀ ਦੇ ਚਾਅ ਹਾਲੇ ਪੂਰੇ ਨਹੀਂ ਹੋਏ ਸੀ ਤੇ ਮੇਰੇ ਭਰਾ ਦਾ ਵੀਜ਼ਾ ਆ ਗਿਆ ਸੀ। ਉਸਨੇ ਜਾਂਦੇ ਜਾਂਦੇ ਮੈਨੂੰ ਕਿਹਾ ਸੀ ਕਿ ਤੂੰ ਆਪਣੀ ਭਾਬੀ ਦਾ ਧਿਆਨ ਰੱਖੀਂ। ਮੈਂ ਵੀ ਆਪਣੇ ਭਾਈ ਨੂੰ ਕਹਿ ਦਿੱਤਾ ਸੀ ਕਿ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਇੱਕ ਦਿਨ ਮੇਰੀ ਭਾਬੀ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ। ਮੈਂ ਜਦੋਂ ਪੁੱਛਿਆ ਕਿ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਤੂੰ ਛੇਤੀ ਮੇਰੇ ਕਮਰੇ ਵਿੱਚ ਆ ਤੇ ਕਹਿਣ ਲੱਗੀ, ਮੇਰੇ ਸਿਰ ਵਿੱਚ ਬਹੁਤ ਦਰਦ ਹੈ, ਮੇਰੇ ਸਿਰ ਦੀ ਮਾਲਿਸ਼ ਕਰ ਦੇ। ਮੈਂ ਕਿਹਾ ਕਿ ਭਾਬੀ ਮੈਂ ਨਹੀਂ ਕਰ ਸਕਦਾ, ਪਰ ਭਾਬੀ ਜ਼ੋਰ ਦੇਣ ਲੱਗੀ। ਮੈਂ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਉਹਨਾਂ ਨੇ ਕਿਹਾ ਕਿ ਤੂੰ ਮੇਰੀ ਪਿੱਠ 'ਤੇ ਵੀ ਮਾਲਿਸ਼ ਕਰ ਦੇ ਤੇ ਫਿਰ ਉਹਨਾਂ ਨੇ ਆਪਣਾ ਕਮੀਜ਼। ਇਹ ਸਭ ਦੇਖ ਕੇ ਮੇਰੀ ਰੂਹ ਕੰਬ ਰਹੀ ਸੀ। ਮੈਂ ਉਹਨਾਂ ਦੀ ਪਿੱਠ 'ਤੇ ਤੇਲ ਲਾਇਆ ਤੇ ਹੌਲੀ-ਹੌਲੀ ਮਾਲਿਸ਼ ਕਰਨ ਲੱਗਾ। ਮੇਰਾ ਦਿਲ ਬੇਕਾਬੂ ਹੋ ਰਿਹਾ ਸੀ। ਭਾਬੀ ਅਜੀਬ ਆਵਾਜ਼ਾਂ ਕੱਢ ਰਹੀ ਸੀ। ਮੇਰੇ ਤੋਂ ਸਬਰ ਨਾ ਹੋਇਆ ਤੇ ਫਿਰ ਮੈਂ ਤੇ ਭਾਬੀ ਨੇ। ਮੇਰੀ ਉਮਰ 22 ਸਾਲ ਸੀ ਤੇ ਮੈਂ ਘਰ ਵਿੱਚ ਹੀ ਰਹਿੰਦਾ ਸੀ। ਮੇਰੇ ਭਰਾ ਦਾ ਵਿਆਹ ਹੋ ਗਿਆ ਸੀ ਤੇ ਭਾਬੀ ਦਾ ਨਾਂ ਪ੍ਰਿਆ ਸੀ। ਉਹ ਹਮੇਸ਼ਾ ਹੀ ਉਦਾਸ ਰਹਿੰਦੀ ਸੀ। ਕਈ ਵਾਰੀ ਮੈਂ ਉਸ ਨੂੰ ਰੋਂਦੇ ਵੀ ਵੇਖਿਆ ਸੀ। ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੇ ਭਰਾ ਦੀ ਯਾਦ ਆਉਂਦੀ ਹੈ, ਪਰ ਮੈਂ ਉਸ ਨੂੰ ਕਦੇ ਪੁੱਛਿਆ ਨਹੀਂ ਸੀ। ਰਾਤ ਨੂੰ ਆਪਣੇ ਕਮਰੇ ਵਿੱਚ ਬੰਦ ਹੋ ਜਾਂਦੀ ਤੇ ਰੋਣ ਦੀ ਆਵਾਜ਼ ਆਉਂਦੀ। ਦਰਅਸਲ ਮੇਰਾ ਭਰਾ ਵਿਆਹ ਤੋਂ ਇੱਕ ਹਫ਼ਤਾ ਬਾਅਦ ਹੀ ਚਲਾ ਗਿਆ ਸੀ। ਮੇਰੀ ਭਾਬੀ ਦੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਹੋਏ ਸੀ। ਨਵੇਂ ਵਿਆਹ ਤੋਂ ਬਾਅਦ ਆਪਣੇ ਘਰ ਵਾਲੇ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੁੰਦਾ, ਪਰ ਮੇਰੇ ਭਰਾ ਦਾ ਜਾਣਾ ਵੀ ਜ਼ਰੂਰੀ ਸੀ। ਇਸ ਲਈ ਮੇਰਾ ਭਰਾ ਭਾਬੀ ਨੂੰ ਮੇਰੇ ਹਵਾਲੇ ਕਰਕੇ ਚਲਾ ਗਿਆ। ਉਹਨਾਂ ਦਾ ਖਿਆਲ ਮੈਂ ਬਹੁਤ ਰੱਖਦਾ ਸੀ, ਪਰ ਉਹ ਵੀ 25 ਸਾਲਾਂ ਦੀ ਜਵਾਨ ਔਰਤ ਸੀ। ਰਿਸ਼ਤਾ ਨਾ ਮਿਲਣ ਕਰਕੇ ਮੇਰੇ ਭਰਾ ਨਾਲ ਉਸ ਦਾ ਵਿਆਹ ਹੋ ਗਿਆ ਸੀ। ਉਸ ਦੀ ਉਮਰ ਵੱਧਦੀ ਜਾ ਰਹੀ ਸੀ। ਇੱਕ ਰਾਤ ਮੈਂ ਆਪਣੇ ਕਮਰੇ ਵਿੱਚ ਸੁੱਤਾ ਸੀ ਤੇ ਭਾਬੀ ਦੀ ਆਵਾਜ਼ ਆਈ। ਮੈਂ ਸੋਚ ਰਿਹਾ ਸੀ ਕਿ ਇਸ ਸਮੇਂ ਕੀ ਕੰਮ ਹੋ ਸਕਦਾ। ਮੈਂ ਛੇਤੀ-ਛੇਤੀ ਉਹਨਾਂ ਦੇ ਕਮਰੇ ਵਿੱਚ ਗਿਆ, ਕਿਉਂਕਿ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਭਾਬੀ ਦਾ ਧਿਆਨ ਰੱਖਾਂ, ਇਸ ਲਈ ਮੈਂ ਨਹੀਂ ਚਾਹੁੰਦਾ ਸੀ ਕਿ ਭਾਬੀ ਮੇਰੀ ਕੋਈ ਸ਼ਿਕਾਇਤ ਕਰੇ। ਰਾਤ ਦੇ 12 ਵਜੇ ਮੈਨੂੰ ਭਾਬੀ ਨੇ ਆਵਾਜ਼ ਮਾਰੀ, ਆਪਣੇ ਕਮਰੇ ਵਿੱਚ ਬੁਲਾਇਆ ਸੀ। ਮੈਂ ਸੋਚ ਕੇ ਚਲਿਆ ਗਿਆ ਸੀ ਕਿ ਕੋਈ ਜ਼ਰੂਰੀ ਕੰਮ ਹੋਣਾ, ਪਰ ਉੱਥੇ ਜਾ ਕੇ ਮੈਂ ਹੈਰਾਨ ਰਹਿ ਗਿਆ ਸੀ, ਕਿਉਂਕਿ ਉਹ ਬੈੱਡ ਉੱਤੇ ਪਈ ਸੀ ਤੇ ਮੈਂ ਘਬਰਾ ਕੇ ਦਰਵਾਜ਼ੇ ਉੱਤੇ ਹੀ ਰੁਕ ਗਿਆ ਸੀ। ਭਾਬੀ ਨੂੰ ਆਵਾਜ਼ ਦੇ ਕੇ ਪੁੱਛਿਆ ਕਿ ਕੋਈ ਕੰਮ ਸੀ, ਪਰ ਉਹ ਬੈੱਡ ਤੋਂ ਨਾ ਉੱਠੀ। ਮੈਂ ਸੋਚਿਆ ਸੀ ਕਿ ਹਮੇਸ਼ਾ ਦੀ ਤਰ੍ਹਾਂ ਉਸਨੇ ਆਪਣੇ ਆਪ ਨੂੰ ਚੁੰਨੀ ਨਾਲ ਢੱਕਿਆ ਹੋਊਗਾ, ਕਿਉਂਕਿ ਉਹ ਸਾਰਾ ਦਿਨ ਦੁਪੱਟਾ ਲੈ ਕੇ ਰੱਖਦੀ ਸੀ। ਮੈਂ ਕਦੇ ਉਸ ਨੂੰ ਇੱਦਾਂ ਨਹੀਂ ਵੇਖਿਆ ਸੀ। ਮੇਰੀ ਆਵਾਜ਼ ਸੁਣ ਕੇ ਉਸਨੇ ਮੈਨੂੰ ਆਪਣੇ ਅੰਦਰ ਬੁਲਾਇਆ ਤੇ ਕਿਹਾ ਕਿ ਮੈਨੂੰ ਕੰਮ ਹੈ। ਉਹ ਬੈੱਡ 'ਤੇ ਪਈ ਸੀ। ਮੈਂ ਆਪਣੀਆਂ ਅੱਖਾਂ ਨੀਵੀਆਂ ਰੱਖੀਆਂ ਸੀ। ਮੈਨੂੰ ਸੰਗ ਵੀ ਆ ਰਹੀ ਸੀ। ਮੈਂ ਭਾਬੀ ਨੂੰ ਪਹਿਲੀ ਵਾਰੀ ਇੱਦਾਂ ਵੇਖਿਆ ਸੀ। ਭਾਬੀ ਨੇ ਮੇਰੇ ਵੱਲ ਮੁੜ ਕੇ ਵੇਖਿਆ ਤੇ ਕਹਿਣ ਲੱਗੀ, ਸੰਗਣ ਦੀ ਕੋਈ ਗੱਲ ਨਹੀਂ, ਇਸ ਘਰ ਵਿੱਚ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਹੈ। ਤੇਰਾ ਭਰਾ ਵਿਦੇਸ਼ ਵਿੱਚ ਹੈ, ਪਰ ਤੂੰ ਹਮੇਸ਼ਾ ਇੱਥੇ ਰਹਿਣਾ ਹੈ, ਮੇਰਾ ਧਿਆਨ ਰੱਖਣਾ ਹੈ। ਇਹ ਸੋਚ ਕੇ ਮੈਂ ਤੈਨੂੰ ਬੁਲਾਇਆ ਹੈ ਕਿ ਤੂੰ ਮੇਰਾ ਸਾਥ ਦੇਵੇਂਗਾ। ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਤਾਂ ਉਹ ਕਹਿਣ ਲੱਗੀ ਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੈ, ਤੂੰ ਮੇਰੇ ਸਿਰ ਦੀ ਮਸਾਜ ਕਰ ਦੇ। ਉਹਨਾਂ ਦੀ ਗੱਲ ਸੁਣ ਕੇ ਮੈਂ ਹੱਸਣ ਲੱਗਾ, ਕਿਉਂਕਿ ਇਹ ਗੱਲ ਸੱਚ ਸੀ ਕਿ ਜਦੋਂ ਮੇਰਾ ਭਰਾ ਆਉਂਦਾ ਸੀ ਹਮੇਸ਼ਾ ਮੇਰੇ ਤੋਂ ਹੀ ਆਪਣੇ ਸਿਰ ਦੀ ਮਸਾਜ ਕਰਵਾਉਂਦਾ ਸੀ, ਪਰ ਮੈਂ ਭਾਬੀ ਦੀ ਮਸਾਜ ਕਿੱਦਾਂ ਕਰ ਸਕਦਾ ਸੀ। ਉਹਨਾਂ ਨੇ ਮੈਨੂੰ ਸੋਚ ਵਿੱਚ ਪਾ ਦਿੱਤਾ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਸੋਚ ਰਿਹਾ ਸੀ ਕਿ ਭਾਬੀ ਕਿਸ ਤਰ੍ਹਾਂ ਦੀ ਔਰਤ ਹੈ ਜਿਸ ਨੇ ਆਪਣੇ ਸਿਰ ਦੀ ਮਸਾਜ ਕਰਨ ਲਈ ਕਹਿ ਦਿੱਤਾ। ਉਸ ਨੂੰ ਸ਼ਰਮ ਨਹੀਂ ਆਈ। ਜੇ ਕੋਈ ਹੋਰ ਇਸ ਥਾਂ ਹੁੰਦਾ ਤਾਂ ਮੈਂ ਉਸ ਨੂੰ ਸਖਤ ਮਨਾ ਕਰ ਦਿੰਦਾ। ਇੱਕ ਔਰਤ ਦਾ ਇੱਕ ਆਦਮੀ ਤੋਂ ਮਸਾਜ ਕਰਵਾਉਣਾ, ਉਹ ਵੀ ਆਪਣੇ ਦਿਓਰ ਤੋਂ, ਤੇ ਜੇ ਕੋਈ ਹੋਰ ਹੋਵੇ ਤਾਂ ਫਿਰ ਕੋਈ ਕੀ ਸੋਚੇ। ਪਰ ਇਸ ਸਮੇਂ ਮੈਂ ਆਪਣੀ ਭਾਬੀ ਨੂੰ ਕੁਝ ਨਹੀਂ ਕਹਿ ਸਕਦਾ ਸੀ, ਇਸ ਲਈ ਮੈਂ ਚੁੱਪ ਸੀ ਤੇ ਉਹਨਾਂ ਨੇ ਮੈਨੂੰ ਮੇਜ਼ 'ਤੇ ਪਈ ਤੇਲ ਦੀ ਸ਼ੀਸ਼ੀ ਚੁੱਕਣ ਲਈ ਕਿਹਾ ਕਿ ਤੂੰ ਮੇਰੀ ਮਾਲਿਸ਼ ਕਰ ਦੇ ਤਾਂ ਮੈਨੂੰ ਚੈਨ ਆ ਜਾਵੇ। ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀ, ਸ਼ਾਇਦ ਉਹਨਾਂ ਨੂੰ ਬਹੁਤ ਦਰਦ ਹੋ ਰਿਹਾ ਸੀ। ਮੈਂ ਤੇਲ ਚੁੱਕਿਆ ਤੇ ਬੈੱਡ 'ਤੇ ਬੈਠ ਗਿਆ। ਹੌਲੀ-ਹੌਲੀ ਸਿਰ ਦੀ ਮਸਾਜ ਕੀਤੀ। ਮੈਂ ਆਪਣੀਆਂ ਅੱਖਾਂ ਨੀਵੀਆਂ ਹੀ ਰੱਖੀਆਂ, ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ। ਮੇਰਾ ਹੱਥ ਉਸ ਦੇ ਸਿਰ 'ਤੇ ਲੱਗਦੇ ਹੀ ਬੁਰੀ ਤਰ੍ਹਾਂ ਕੰਬ ਰਿਹਾ ਸੀ। ਅੱਜ ਤੱਕ ਮੈਂ ਭਾਬੀ ਦੇ ਸਾਰੇ ਕੰਮ ਕੀਤੇ ਸੀ, ਪਰ ਉਹਨਾਂ ਨੇ ਕਦੀ ਮੇਰੇ ਤੋਂ ਇੱਦਾਂ ਦੀ ਫਰਮਾਇਸ਼ ਨਹੀਂ ਰੱਖੀ ਸੀ ਜਿੱਦਾਂ ਦੀ ਉਹਨਾਂ ਨੇ ਅੱਜ ਰੱਖੀ ਸੀ। ਜਿਵੇਂ-ਜਿਵੇਂ ਮੈਂ ਤੇਲ ਲਾ ਰਿਹਾ ਸੀ, ਭਾਬੀ ਦੀਆਂ ਆਵਾਜ਼ਾਂ ਆ ਰਹੀਆਂ ਸੀ। ਉਹਨਾਂ ਨੂੰ ਆਰਾਮ ਮਿਲ ਰਿਹਾ ਸੀ। ਮੈਂ ਦੁਬਾਰਾ ਉੱਧਰ ਨਹੀਂ ਦੇਖਿਆ।
ਕਿਉਂਕਿ ਮੈਨੂੰ ਸ਼ਰਮ ਆ ਰਹੀ ਸੀ ਤੇ ਮੈਂ ਉੱਥੋਂ ਜਾਣ ਲੱਗਾ। ਪਰ ਮੈਂ ਮਜਬੂਰ ਸੀ। ਜੇ ਮੈਂ ਮਨਾ ਵੀ ਕਰ ਦਿੰਦਾ ਤਾਂ ਮੇਰੇ ਭਰਾ ਨੂੰ ਪਤਾ ਲੱਗਦਾ ਤੇ ਉਹਨਾਂ ਨੇ ਗੁੱਸਾ ਕਰਨਾ ਸੀ। ਮੇਰੀ ਭਾਬੀ ਮੈਨੂੰ ਕਦੇ ਵੀ ਕਿਸੇ ਚੀਜ਼ ਲਈ ਮਨਾ ਨਹੀਂ ਕਰਦੀ ਸੀ। ਭਾਵੇਂ ਮੈਂ ਕਦੇ ਵੀ ਪੈਸੇ ਮੰਗ ਲੈਂਦਾ, ਉਹ ਬਿਨਾਂ ਕੁਝ ਪੁੱਛੇ ਦੇ ਦਿੰਦੀ। ਮੈਂ ਕਾਫ਼ੀ ਦੇਰ ਮਸਾਜ ਕਰਦੇ ਰਿਹਾ। ਉਸ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀ। ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਨੀਂਦ ਆ ਗਈ ਸੀ, ਕਿਉਂਕਿ ਉਹਨਾਂ ਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਤੇ ਮੈਂ ਪਹਿਲੀ ਵਾਰੀ ਕਿਸੇ ਔਰਤ ਦੀ ਮਸਾਜ ਕੀਤੀ ਸੀ। ਉਸਨੇ ਮੇਰੇ ਅੰਦਰ ਅੱਗ ਲਾ ਦਿੱਤੀ ਸੀ। ਭਾਬੀ ਦੇ ਗੋਰੇ ਰੰਗ ਨੇ ਮੈਨੂੰ ਨਸ਼ੇ ਜਿਹੇ ਵਿੱਚ ਪਾ ਦਿੱਤਾ। ਜਿੱਦਾਂ ਹੀ ਮੈਨੂੰ ਧਿਆਨ ਆਇਆ ਕਿ ਉਹ ਮੇਰੀ ਭਾਬੀ ਹੈ, ਮੈਂ ਸੋਚ ਰਿਹਾ ਸੀ ਕਿ ਮੈਂ ਹੁਣ ਤੋਂ ਉਸ ਦੇ ਕਮਰੇ ਵਿੱਚ ਨਹੀਂ ਜਾਵਾਂਗਾ, ਚਾਹੇ ਕੁਝ ਵੀ ਹੋ ਜਾਵੇ। ਅਗਲੀ ਸਵੇਰ ਉਹ ਮੇਰੀ ਰੋਟੀ ਬਣਾ ਰਹੀ ਸੀ ਤੇ ਮੈਨੂੰ ਰੋਟੀ ਦਿੰਦੇ ਹੋਏ ਕਹਿਣ ਲੱਗੀ, ਸੁਨੀਲ, ਤੂੰ ਮੇਰੇ ਸਿਰ ਦਾ ਦਰਦ ਠੀਕ ਕਰ ਦਿੱਤਾ। ਤੇਰਾ ਬਹੁਤ-ਬਹੁਤ ਧੰਨਵਾਦ। ਮੈਂ ਉਸ ਦੀ ਗੱਲ ਸੁਣ ਕੇ ਸ਼ਰਮਿੰਦਾ ਹੋ ਗਿਆ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪੂਰਾ ਦਿਨ ਕੰਮ ਕਰਦੇ ਹੋ, ਥੱਕ ਜਾਂਦੇ ਹੋ। ਇਸ ਲਈ ਮੈਂ ਕੋਸ਼ਿਸ਼ ਕਰਾਂਗਾ ਕੰਮ ਵਿੱਚ ਮੈਂ ਤੁਹਾਡੀ ਮਦਦ ਕਰਾਂ, ਨਹੀਂ ਤਾਂ ਆਪਾਂ ਕੋਈ ਨੌਕਰ ਰੱਖ ਲਵਾਂਗੇ। ਭਾਬੀ ਮੇਰੀ ਗੱਲ ਸੁਣ ਕੇ ਕਹਿਣ ਲੱਗੀ, ਥਕਾਵਟ ਉਦੋਂ ਤੱਕ ਦੂਰ ਨਹੀਂ ਹੋਣੀ ਜਦੋਂ ਤੱਕ ਤੇਰੇ ਭਰਾ ਨੇ ਇੱਥੇ ਨਹੀਂ ਆਉਣਾ। ਉਹਨਾਂ ਦੀ ਗੱਲ ਮੈਨੂੰ ਬੜੀ ਅਜੀਬ ਲੱਗ ਰਹੀ ਸੀ। ਕੁਝ ਸਮਝ ਨਹੀਂ ਆਇਆ। ਉਹ ਰਸੋਈ ਵਿੱਚ ਚਲੀ ਗਈ ਸੀ। ਮੇਰੇ ਕੰਮ ਦਾ ਸਮਾਂ ਹੋ ਗਿਆ ਸੀ ਤੇ ਮੈਂ ਚਲਾ ਗਿਆ ਸੀ। ਸਾਰਾ ਦਿਨ ਮੇਰੇ ਦਿਮਾਗ ਵਿੱਚ ਭਾਬੀ ਹੀ ਘੁੰਮਦੀ ਰਹੀ। ਦੁਪਹਿਰ ਨੂੰ ਜਦੋਂ ਮੈਂ ਘਰ ਆਇਆ ਤਾਂ ਮੇਰੀ ਭੈਣ ਆਈ ਸੀ। ਉਹ ਦੋਨੋਂ ਆਪਣੀਆਂ ਗੱਲਾਂ ਵਿੱਚ ਇੰਨੀਆਂ ਮਗਨ ਸੀ ਕਿ ਉਹਨਾਂ ਨੂੰ ਕੋਈ ਧਿਆਨ ਨਹੀਂ ਸੀ। ਮੈਂ ਸੋਚਿਆ ਸੀ ਮੌਕੇ ਦੀ ਤਲਾਸ਼ ਕਰਾਂ ਤੇ ਭਾਬੀ ਦੀ ਮਸਾਜ ਵਾਲੀ ਗੱਲ ਆਪਣੀ ਭੈਣ ਨੂੰ ਦੱਸਾਂ, ਪਰ ਉਹਨਾਂ ਕੋਲ ਸਮਾਂ ਹੀ ਨਹੀਂ ਸੀ। ਥੋੜ੍ਹੇ ਚਿਰ ਬਾਅਦ ਮੇਰੀ ਭੈਣ ਚਲੀ ਗਈ। ਮੈਂ ਆਰਾਮ ਕਰਕੇ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਭਾਬੀ ਕੱਪੜੇ ਧੋ ਰਹੀ ਸੀ। ਬੜੀ ਮੁਸ਼ਕਿਲ ਨਾਲ ਉਹ ਕੱਪੜਿਆਂ ਦੀ ਬਾਲਟੀ ਚੁੱਕ ਰਹੀ ਸੀ। ਇਹ ਵੇਖ ਕੇ ਮੈਨੂੰ ਸ਼ਰਮ ਆ ਰਹੀ ਸੀ। ਜ਼ਿਆਦਾ ਕੱਪੜੇ ਮੇਰੇ ਹੀ ਸੀ। ਮੇਰੇ ਕਰਕੇ ਭਾਬੀ ਨੂੰ ਇੰਨਾ ਕੰਮ ਕਰਨਾ ਪੈ ਰਿਹਾ ਸੀ। ਮੈਂ ਉਹਨਾਂ ਦੇ ਹੱਥੋਂ ਬਾਲਟੀ ਫੜੀ ਤੇ ਕੋਠੇ ਤੇ ਛੱਡ ਦਿੱਤੀ ਤੇ ਕੱਪੜੇ ਵੀ ਸੁੱਕਣੇ ਪਾ ਦਿੱਤੇ। ਭਾਬੀ ਮੈਨੂੰ ਕੁਝ ਸਹੀ ਨਹੀਂ ਲੱਗ ਰਹੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਡਾਕਟਰ ਕੋਲ ਲੈ ਕੇ ਜਾ ਸਕਦਾ। ਮੈਨੂੰ ਲੱਗਦਾ ਸੀ ਕਿ ਉਹਨਾਂ ਦੇ ਸਿਰ ਵਿੱਚ ਦਰਦ ਹੋ ਰਿਹਾ ਸੀ। ਮੇਰੀ ਗੱਲ ਸੁਣ ਕੇ ਉਸਨੇ ਉਦਾਸੀ ਨਾਲ ਕਿਹਾ ਕਿ ਮੇਰੀ ਗਲਤੀਆਂ ਦਾ ਨਤੀਜਾ ਹੈ। ਭਾਬੀ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ। ਉਸਨੇ ਕਿਹਾ, ਤੂੰ ਫਿਕਰ ਨਾ ਕਰ, ਮੈਂ ਠੀਕ ਹੋ ਜਾਊਂਗੀ। ਪਿਛਲੇ ਕੁਝ ਦਿਨਾਂ ਤੋਂ ਹਰ ਗੱਲ ਮੇਰੀ ਸਮਝ ਤੋਂ ਬਾਹਰ ਸੀ। ਕਦੀ-ਕਦੀ ਤਾਂ ਇਦਾਂ ਲੱਗਦਾ ਸੀ ਜਿੱਦਾਂ ਉਹ ਕੁਝ ਲੁਕਾ ਰਹੀ ਹੈ। ਇੱਕ ਦਿਨ ਸ਼ਾਮ ਨੂੰ ਆਪਣੇ ਕਮਰੇ ਦੇ ਵਿੱਚ ਬੈਠੀ ਰੋ ਰਹੀ ਸੀ। ਕਿਸੇ ਨੂੰ ਕਹਿ ਰਹੀ ਸੀ ਕਿ ਸਭ ਕੁਝ ਤੇਰੇ ਕਰਕੇ ਹੋਇਆ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਰੁਕ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਨਾਲ ਗੱਲ ਕਰ ਰਹੀ ਸੀ, ਪਰ ਇੰਨਾ ਪਤਾ ਸੀ ਕਿ ਉਹ ਮੇਰਾ ਭਰਾ ਨਹੀਂ ਸੀ। ਉਹ ਕਿਸੇ ਹੋਰ ਨਾਲ ਗੱਲ ਕਰ ਰਹੀ ਸੀ। ਇਹ ਸਭ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ। ਮੈਂ ਬਿਨਾਂ ਸੋਚੇ ਸਮਝੇ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਕਿ ਤੁਸੀਂ ਵਾਪਸ ਕਿਉਂ ਨਹੀਂ ਆ ਰਹੇ। ਉਹਨਾਂ ਨੇ ਪੁੱਛਿਆ ਕੀ ਹੋਇਆ, ਸਭ ਠੀਕ ਹੈ। ਮੈਂ ਉਹਨਾਂ ਨੂੰ ਕਿਹਾ ਕਿ ਭਾਬੀ ਕਿੱਦਾਂ ਦੀਆਂ ਹਰਕਤਾਂ ਕਰਦੀ ਹੈ, ਉਹਨਾਂ ਨੂੰ ਤੁਹਾਡੀ ਯਾਦ ਆਉਂਦੀ ਹੈ, ਇਸ ਲਈ ਤੁਸੀਂ ਜਲਦੀ ਆ ਜਾਓ। ਮੈਂ ਇਹ ਕਹਿ ਕੇ ਫੋਨ ਕੱਟ ਦਿੱਤਾ ਸੀ। ਫਿਰ ਉਸ ਰਾਤ ਭਾਬੀ ਨੇ ਮੈਨੂੰ ਕਮਰੇ ਵਿੱਚ ਬੁਲਾਇਆ ਸੀ ਅਤੇ ਉਹ ਬੈੱਡ ਤੇ ਪਈ ਸੀ ਤੇ ਮੈਂ ਸਿਰ ਦੀ ਮਸਾਜ ਕਰ ਰਿਹਾ ਸੀ। ਮੈਨੂੰ ਲੱਗਦਾ ਸੀ ਕਿ ਜਦੋਂ ਮੈਂ ਕਾਲਜ ਜਾਂਦਾ ਤਾਂ ਕੋਈ ਮੇਰੇ ਪਿੱਛੋਂ ਆਉਂਦਾ ਹੈ। ਇਹ ਦੇਖਣ ਲਈ ਮੈਂ ਅਗਲੇ ਦਿਨ ਕਾਲਜ ਤੋਂ ਜਲਦੀ ਘਰ ਆ ਗਿਆ ਸੀ। ਪਰ ਮੈਂ ਜਿੱਦਾਂ ਹੀ ਘਰ ਆਇਆ, ਘਰ ਵਿੱਚ ਬਿਲਕੁਲ ਸ਼ਾਂਤੀ ਸੀ। ਘਰ ਵਿੱਚ ਕੋਈ ਵੀ ਨਹੀਂ ਸੀ। ਕੁਝ ਚਿਰ ਬਾਅਦ ਭਾਬੀ ਆਈ ਤੇ ਬਿਲਕੁਲ ਪਸੀਨੇ ਨਾਲ ਭਰੀ ਹੋਈ ਸੀ ਤੇ ਬਹੁਤ ਜ਼ਿਆਦਾ ਥੱਕੀ ਸੀ। ਮੈਂ ਘਰ ਦੇ ਅੰਦਰ ਗਿਆ ਤੇ ਭਾਬੀ ਨੂੰ ਪੁੱਛਿਆ ਕਿ ਅੱਜ ਸਾਰਾ ਦਿਨ ਕੀ ਕੀਤਾ, ਪਰ ਉਸਨੇ ਕੁਝ ਨਾ ਜਵਾਬ ਦਿੱਤਾ, ਨਾ ਹੀ ਕੁਝ ਦੱਸਿਆ। ਉਹ ਬਾਹਰ ਕਿਉਂ ਗਈ ਸੀ? ਹੁਣ ਮੈਨੂੰ ਲੱਗਦਾ ਸੀ ਕਿ ਕੁਝ ਗਲਤ ਕਰ ਰਹੀ ਹੈ। ਮੈਂ ਸੱਚ ਜਾਣਨਾ ਚਾਹੁੰਦਾ ਸੀ। ਫਿਰ ਰਾਤ ਨੂੰ ਭਾਬੀ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਮੈਨੂੰ ਪਤਾ ਸੀ ਕਿ ਉਹ ਕੁਝ ਨਾ ਕੁਝ ਤਾਂ ਗਲਤ ਜ਼ਰੂਰ ਕਰਦੀ ਹੈ। ਉਸਨੇ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ। ਉਸ ਰਾਤ ਮੈਂ ਤੇਲ ਦੀ ਸ਼ੀਸ਼ੀ ਚੁੱਕੀ ਤੇ ਮਸਾਜ ਕਰਨ ਲੱਗਾ, ਪਰ ਉਸਨੇ ਜੋ ਮੈਨੂੰ ਕਿਹਾ ਮੈਂ ਹੈਰਾਨ ਹੋ ਗਿਆ ਸੀ। ਉਸਨੇ ਕਿਹਾ ਬੱਤੀ ਬੰਦ ਕਰ ਦੇ ਤੇ ਮੈਂ ਜਦੋਂ ਪੁੱਛਿਆ ਕਿ ਬੱਤੀ ਕਿਉਂ ਬੰਦ ਕਰਨੀ ਹੈ ਤਾਂ ਉਹ ਗੁੱਸੇ ਨਾਲ ਵੇਖਣ ਲੱਗੀ ਅਤੇ ਬਾਰ-ਬਾਰ ਕਹਿਣ ਲੱਗੀ ਬੱਤੀ ਬੰਦ ਕਰ ਦੇ। ਤੇ ਜਦੋਂ ਮੈਂ ਬੱਤੀ ਬੰਦ ਕਰਕੇ ਉਸ ਕੋਲ ਬੈਠਾ ਤਾਂ ਉਸਨੇ ਮੇਰਾ ਹੱਥ ਫੜ ਲਿਆ। ਉਸ ਦੀ ਇਸ ਹਰਕਤ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਮੈਨੂੰ ਗੁੱਸਾ ਆ ਗਿਆ ਸੀ ਕਿ ਉਹ ਆਪਣੀ ਹੱਦ ਪਾਰ ਕਰ ਗਈ ਸੀ। ਮੈਂ ਗੁੱਸੇ ਵਿੱਚ ਕਿਹਾ ਕਿ ਤੁਸੀਂ ਕੀ ਕਰ ਰਹੇ ਹੋ? ਉਸਨੇ ਕਿਹਾ, ਸੁਨੀਲ, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਮੇਰੇ ਦਿਲ ਵਿੱਚ ਬਹੁਤ ਦਿਨਾਂ ਤੋਂ ਇਹ ਗੱਲ ਹੈ, ਪਰ ਹਿੰਮਤ ਨਹੀਂ ਕਿ ਮੈਂ ਰੌਸ਼ਨੀ ਵਿੱਚ ਤੇਰੇ ਨਾਲ ਗੱਲ ਕਰ ਸਕਾਂ। ਇਸ ਲਈ ਬੱਤੀ ਬੰਦ ਕੀਤੀ।
ਉਹਨਾਂ ਦੀ ਆਵਾਜ਼ ਨਾਲ ਮੈਨੂੰ ਕੁਝ ਅਲੱਗ ਅਹਿਸਾਸ ਹੋ ਰਿਹਾ ਸੀ। ਇਸ ਤੋਂ ਬਾਅਦ ਉਹਨਾਂ ਨੇ ਮੇਰਾ ਹੱਥ ਫੜਿਆ ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਤੇ ਜੋ ਮੈਂ ਸੁਣਿਆ ਸੀ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ। ਉਸ ਨੇ ਕਿਹਾ ਕਿ ਉਸ ਨੂੰ ਮੁੰਡਿਆਂ ਦਾ ਬਹੁਤ ਸ਼ੌਕ ਸੀ, ਪਰ ਕੋਈ ਵੀ ਉਸ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਸੀ। ਇਸ ਲਈ ਉਹ ਇਕੱਲੀ ਜ਼ਿੰਦਗੀ ਜੀ ਰਹੀ ਸੀ। ਪਰ ਸਭ ਤੋਂ ਜ਼ਿਆਦਾ ਮੁਸ਼ਕਲ ਤਾਂ ਉਦੋਂ ਹੋਈ ਜਦੋਂ ਜ਼ਿੰਦਗੀ ਵਿੱਚ ਇੱਕ ਆਦਮੀ ਆਇਆ ਅਤੇ ਜਿਸ ਨੇ ਉਸ ਨੂੰ ਪਿਆਰ ਦੇ ਸੁਪਨੇ ਵਿਖਾਏ, ਅਤੇ ਜਦੋਂ ਉਸ ਤੋਂ ਪੈਸੇ ਮੰਗਦਾ ਉਹ ਦੇ ਦਿੰਦੀ। ਪਰ ਜਦੋਂ ਉਸ ਨੂੰ ਵਿਆਹ ਨੂੰ ਕਿਹਾ ਤਾਂ ਉਸ ਨੇ ਮਨਾ ਕਰ ਦਿੱਤਾ, ਕਿਉਂਕਿ ਭਾਬੀ ਦੀ ਉਮਰ ਵੱਡੀ ਹੋ ਗਈ ਸੀ ਤੇ ਉਹ ਉਸ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ, ਤੇ ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ। ਉਸ ਨੇ ਬੜੀ ਤਰੱਕੀ ਕਰ ਲਈ ਸੀ ਤੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਲਿਆ ਸੀ। ਹੁਣ ਉਸ ਨੂੰ ਉਹਨਾਂ ਦੀ ਲੋੜ ਨਹੀਂ ਸੀ। ਇੰਨੇ ਸਾਲ ਬਾਅਦ ਉਸ ਨੂੰ ਨੌਕਰੀਆਂ ਮਿਲ ਗਈਆਂ ਤੇ ਉਸ ਨੇ ਸਾਥ ਛੱਡ ਦਿੱਤਾ। ਪਰ ਹੁਣ ਉਸ ਨੂੰ ਰੋਜ਼ ਹੀ ਸਿਰ ਵਿੱਚ ਤੇ ਪਿੱਠ 'ਚ ਦਰਦ ਰਹਿੰਦਾ ਤੇ ਉਹ ਬਹੁਤ ਉਦਾਸੀ ਮਹਿਸੂਸ ਕਰਦੀ। ਪਰ ਉਸਨੇ ਕਿਹਾ ਕਿ ਜਦੋਂ ਤੋਂ ਤੇਰੇ ਭਰਾ ਦੇ ਵਿਆਹ ਦਾ ਫੈਸਲਾ ਆਇਆ ਹੈ, ਤਾਂ ਮਾਂ ਨੇ ਮਜਬੂਰ ਹੋ ਕੇ ਤੇਰੇ ਭਰਾ ਨਾਲ ਵਿਆਹ ਕਰਵਾ ਦਿੱਤਾ। ਪਰ ਮੈਨੂੰ ਉਹ ਦੁੱਖ ਹੁੰਦਾ ਸੀ ਕਿ ਮੈਂ ਕਿਸ ਤਰ੍ਹਾਂ ਕਿਸੇ ਆਦਮੀ ਦੇ ਪਿੱਛੇ ਆਪਣੇ ਆਪ ਨੂੰ ਬਰਬਾਦ ਕੀਤਾ, ਜੋ ਕਦੀ ਮੇਰਾ ਹੈ ਹੀ ਨਹੀਂ ਸੀ। ਮੇਰੇ ਘਰ ਵਿੱਚ ਤੇ ਮੇਰੇ ਪਿਆਰ ਨੇ ਮੇਰੀ ਇੱਜ਼ਤ ਹੀ ਨਹੀਂ ਕੀਤੀ, ਮੇਰੀ ਕਦਰ ਹੀ ਨਹੀਂ ਕੀਤੀ। ਸਭ ਤੋਂ ਵੱਡਾ ਦੁੱਖ ਮੈਨੂੰ ਉਦੋਂ ਹੋਇਆ ਜਦ ਮੈਨੂੰ ਪਤਾ ਲੱਗਾ ਕਿ ਤੇਰੇ ਭਰਾ ਨੇ ਵਿਦੇਸ਼ ਵਿੱਚ ਕਿਸੇ ਨਾਲ ਵਿਆਹ ਕਰਵਾ ਲਿਆ। ਕੁਝ ਦਿਨ ਪਹਿਲਾਂ ਹੀ ਉਸਨੇ ਮੈਨੂੰ ਫੋਨ ਤੇ ਦੱਸਿਆ ਕਿ ਵਿਆਹ ਸਿਰਫ ਉਸਨੇ ਤੇਰੇ ਕਰਕੇ ਕਰਵਾਇਆ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ। ਭਾਬੀ ਨੇ ਦੱਸਿਆ ਕਿ ਉਸਨੇ ਪੂਰੀ ਜ਼ਿੰਦਗੀ ਦੂਜਿਆਂ ਦੇ ਲਈ ਜੀ ਹੈ। ਇੱਕ ਦਿਨ ਕਿਸੇ ਸੋਚ ਵਿੱਚ ਉਹ ਫਿਸਲ ਕੇ ਗਿਰ ਗਈ, ਜਿਸ ਨਾਲ ਉਸਦੀ ਪਿੱਠ ਵਿੱਚ ਬਹੁਤ ਦਰਦ ਰਹਿੰਦਾ ਹੈ ਤੇ ਮੈਨੂੰ ਤੇਰੀ ਮਸਾਜ ਨਾਲ ਬਹੁਤ ਆਰਾਮ ਮਿਲਦਾ ਹੈ, ਇਸ ਲਈ ਤੇਰੇ ਤੋਂ ਮਸਾਜ ਕਰਵਾਉਣੀ ਪੈਂਦੀ ਹੈ। ਮੈਨੂੰ ਸ਼ਰਮ ਬਹੁਤ ਆਉਂਦੀ ਹੈ, ਪਰ ਤੇਰੇ ਬਿਨਾਂ ਮੇਰਾ ਕੋਈ ਹੋਰ ਨਹੀਂ। ਕੱਲ ਮੈਂ ਆਪਣੇ ਪੇਕੇ ਗਈ ਸੀ ਤੇ ਆਪਣੇ ਮਾਪਿਓ ਨੂੰ ਤੇਰੇ ਭਰਾ ਬਾਰੇ ਦੱਸਿਆ, ਪਰ ਉਹਨਾਂ ਨੇ ਕੁਝ ਨਾ ਕਿਹਾ। ਮੈਂ ਘਰ ਆ ਗਈ। ਮੈਨੂੰ ਪਤਾ ਲੱਗਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਹੁਣ ਕੁਝ ਨਹੀਂ ਰਿਹਾ। ਤੈਨੂੰ ਇਸ ਲਈ ਦੱਸ ਰਹੀ ਹਾਂ ਕਿਉਂਕਿ ਮੈਂ ਤੇਰੇ ਤੋਂ ਮਸਾਜ ਕਰਵਾਉਣੀ ਆ ਤੇ ਮੈਨੂੰ ਸ਼ਰਮ ਆਉਂਦੀ ਹੈ। ਪਰ ਅੱਜ ਨਹੀਂ ਕੱਲ ਤੈਨੂੰ ਇਹ ਗੱਲ ਤਾਂ ਪਤਾ ਲੱਗਣੀ ਹੀ ਹੈ ਕਿ ਤੇਰੇ ਭਰਾ ਨੇ ਵਿਦੇਸ਼ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਹੁਣ ਉਹ ਕਦੀ ਇੱਥੇ ਨਹੀਂ ਆਊਗਾ। ਇਹ ਕਹਿ ਕੇ ਭਾਬੀ ਉੱਚੀ ਉੱਚੀ ਰੋਣ ਲੱਗੀ। ਮੈਂ ਸ਼ੁਕਰ ਕੀਤਾ ਸੀ ਭਾਬੀ ਨੇ ਬੱਤੀ ਬੰਦ ਕਰ ਦਿੱਤੀ ਸੀ। ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿ ਮੇਰੇ ਭਰਾ ਨੇ ਉਹਨਾਂ ਨਾਲ ਇਹ ਸਲੂਕ ਕੀਤਾ ਸੀ। ਪਹਿਲਾਂ ਹੀ ਉਸ ਨਾਲ ਇੰਨਾ ਬੁਰਾ ਹੋਇਆ ਸੀ ਤੇ ਹੁਣ ਮੇਰੇ ਭਰਾ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ। ਪਰ ਸਾਡੀ ਵੀ ਗਲਤੀ ਸੀ, ਅਸੀਂ ਆਪਣੇ ਭਰਾ ਨੂੰ ਵਾਪਸ ਆਉਣ ਹੀ ਨਹੀਂ ਦਿੰਦੇ ਸੀ। ਆਖਰ ਉਹ ਕਦੋਂ ਤੱਕ ਇਕੱਲਾ ਰਹਿੰਦਾ। ਉਸ ਨੇ ਕਿਸੇ ਦੂਜੀ ਔਰਤ ਨਾਲ ਵਿਆਹ ਕਰਾ ਲਿਆ ਸੀ। ਕਾਫੀ ਚਿਰ ਬਾਅਦ ਭਾਬੀ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਜੀ ਲਵਾਂਗੀ, ਤੇਰਾ ਧਿਆਨ ਰੱਖੂੰਗੀ। ਬਸ ਤੂੰ ਮੈਨੂੰ ਇਸ ਘਰ ਵਿੱਚੋਂ ਬਾਹਰ ਨਾ ਕੱਢੀ, ਮੈਨੂੰ ਥਾਂ ਦੇ ਦੇਈਂ। ਮੈਨੂੰ ਡਰ ਹੈ ਕਿ ਤੂੰ ਮੈਨੂੰ ਇਸ ਘਰ ਵਿੱਚੋਂ ਕੱਢ ਦੇਵੇਂਗਾ। ਮੈਂ ਉਸ ਨੂੰ ਕਿਹਾ, ਭਾਬੀ ਇੱਦਾਂ ਕਿਵੇਂ ਹੋ ਸਕਦਾ? ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦੇਵਾਂਗਾ। ਤੁਸੀਂ ਇਸ ਘਰ ਨੂੰ ਜਿੱਦਾਂ ਸੰਭਾਲਦੇ ਹੋ ਕੋਈ ਨਹੀਂ ਕਰ ਸਕਦਾ। ਪਰ ਤੁਸੀਂ ਇਕੱਲੇ ਕਿਉਂ ਰਹੋਗੇ? ਤੁਸੀਂ ਮੇਰੇ ਭਰਾ ਤੋਂ ਤਲਾਕ ਲੈ ਕੇ ਮੇਰੇ ਨਾਲ ਵਿਆਹ ਕਰ ਲਓ। ਮੇਰੀ ਗੱਲ ਸੁਣ ਕੇ ਭਾਬੀ ਹੈਰਾਨ ਹੋ ਗਈ ਸੀ। ਮੈਂ ਕਮਰੇ ਦੀ ਬੱਤੀ ਚਲਾ ਦਿੱਤੀ ਸੀ ਤੇ ਕਿਹਾ ਕਿ ਖੁਸ਼ੀਆਂ ਤੇ ਤੁਹਾਡਾ ਹੱਕ ਹੈ। ਮੇਰੀ ਪੜ੍ਹਾਈ ਪੂਰੀ ਹੋਣ ਵਾਲੀ ਹੈ, ਛੇਤੀ ਨੌਕਰੀ ਮਿਲ ਜਾਣੀ ਹੈ। ਉਦੋਂ ਤੱਕ ਤੁਸੀਂ ਤਲਾਕ ਲੈ ਲਓ ਤੇ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗਾ ਤੇ ਆਪਾਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਭਾਬੀ ਨੇ ਮੈਨੂੰ ਕਿਹਾ ਕਿ ਮੈਂ ਉਮਰ ਵਿੱਚ ਬਹੁਤ ਵੱਡੀ ਹਾਂ, ਲੋਕ ਗੱਲਾਂ ਕਰਨਗੇ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਦੁਨੀਆ ਦੀ ਪਰਵਾਹ ਨਹੀਂ। ਜਦੋਂ ਮੈਨੂੰ ਕੋਈ ਇਤਰਾਜ਼ ਨਹੀਂ ਤਾਂ ਲੋਕਾਂ ਤੋਂ ਤੁਸੀਂ ਕੀ ਲੈਣਾ ਹੈ? ਇਹ ਗੱਲ ਸੁਣ ਕੇ ਭਾਬੀ ਰੋਣ ਲੱਗੀ। ਮੈਂ ਉਸੇ ਸਮੇਂ ਬੱਤੀ ਚਲਾ ਦਿੱਤੀ ਸੀ ਤੇ ਭਾਬੀ ਨੂੰ ਕਿਹਾ ਸੀ ਕਿ ਤੁਹਾਨੂੰ ਜ਼ਿੰਦਗੀ ਜੀਣ ਦਾ ਪੂਰਾ ਹੱਕ ਹੈ। ਉਹਨਾਂ ਨੇ ਆਪਣੀ ਮਾਂ ਨਾਲ ਫੋਨ ਤੇ ਗੱਲ ਕੀਤੀ, ਸਾਰੀ ਗੱਲ ਦੱਸੀ। ਭਾਬੀ ਨੇ ਆਪਣੇ ਘਰ ਵਾਲੇ ਤੋਂ ਤਲਾਕ ਲੈ ਲਿਆ ਸੀ ਤੇ ਕੁਝ ਮਹੀਨਿਆਂ ਬਾਅਦ ਸਾਡਾ ਵਿਆਹ ਹੋ ਗਿਆ ਸੀ ਤੇ ਅਸੀਂ ਹੁਣ ਬਹੁਤ ਖੁਸ਼ ਹਾਂ। ਮੈਂ ਉਮਰ ਵਿੱਚ ਬਹੁਤ ਛੋਟਾ ਸੀ। ਮੈਂ ਉਸ ਨੂੰ ਬਹੁਤ ਸੁੱਖ ਦਿੱਤੇ ਜੋ ਹੁਣ ਤੱਕ ਉਸ ਨੂੰ ਕਿਸੇ ਨੇ ਨਹੀਂ ਦਿੱਤੇ ਸੀ। ਦੋਸਤੋ, ਜੇ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਕਰਿਓ। ਫਿਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।